औज़ु बिल्लाहि मिनश शैतानिर रजीम बिस्मिल्लाहिर रहमानिर रहीम। अल्लाह जल्ल शानहू दे नाम दे नाल। अल्हम्दुलिल्लाहि रब्बिल आलमीन वल आकिबतुल मुत्तकीन अस्सलातु वस्सलामु अला रसूलिल करीम। दोस्तों अस्सलामु अलैकुम। मैं डॉक्टर नसीर कालों CNP ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਕਾਫੀ ਦਿਨਾਂ ਤੋਂ ਬਲਕਿ ਕਾਫੀ ਅਰਸੇ ਤੋਂ ਲੋਕ ਆ ਕੇ ਸ਼ਿਕਾਇਤ ਕਰਦੇ ਨੇ, ਦੱਸਦੇ ਨੇ, ਪੁੱਛਦੇ ਨੇ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ। ਮੈਂ ਚूंकि ਡਾਕਟਰ ਹਾਂ, ਇਸ ਵਾਸਤੇ ਜਦੋਂ ਕਿਸੇ ਡਾਕਟਰ ਦੇ ਮੁਤਲਕ ਆ ਕੇ ਸ਼ਿਕਾਇਤ ਹੁੰਦੀ ਆ, ਲੋਕ ਕਰਦੇ ਨੇ, ਦੱਸਦੇ ਨੇ। ਡਾਕਟਰ ਦੇ ਨਾਲ ਨਾਲ ਇੱਕ ਸਾਡਾ ਛੋਟਾ ਜਿਹਾ ਪ੍ਰੈਸ ਦਾ ਕੰਸਰਨ ਡਿਪਾਰਟਮੈਂਟ ਵੀ ਹੈ। ਇਸ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀਆਂ ਮੇਰੇ ਗੈਰ ਮੁਤਲਕਾ ਹੁੰਦੀਆਂ, THQ ਹੋ ਗਿਆ ਜਾਂ ਕੋਈ DHQ ਹੋ ਗਿਆ, THQ ਫਲਾਂ, THQ ਟਮਕਾਂ, ਮੇਰੇ ਮੁਤਲਕਾ ਨਹੀਂ ਹੈ। ਨਾ ਮੈਨੂੰ ਉਹਦੇ ਨਾਲ ਗਰਜ਼ ਹੈ, ਨਾ ਮੈਨੂੰ ਉਹਦੇ ਨਾਲ ਕੋਈ ਤਾਲਕ ਹੈ, ਨਾ ਕੋਈ ਦਿਲਚਸਪੀ ਹੈ। ਲੇਕਿਨ ਅਕਸਰ ਲੋਕ ਆ ਕੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਕਿ ਜੀ ਹਸਪਤਾਲ ਗਏ ਆ, ਹਸਪਤਾਲ ਦੇ ਵਿੱਚ ਸਾਨੂੰ ਕੋਈ ਕਹਿੰਦਾ ਦਵਾਈ ਨਹੀਂ ਮਿਲੀ, ਕੋਈ ਕਹਿੰਦਾ ਉਹੀ ਦਵਾਈ ਹਰ ਇੱਕ ਨੂੰ ਦੇਈ ਜਾਂਦੇ ਆ, ਕੋਈ ਕਹਿੰਦਾ ਕਿ ਉੱਥੇ ਡਾਕਟਰ ਨਹੀਂ ਮਿਲਦਾ, ਕੋਈ ਕਹਿੰਦਾ ਡਾਕਟਰ ਬਦਤਮੀਜ਼ੀ ਕਰਦੇ ਨੇ, ਕੋਈ ਕਹਿੰਦਾ ਉੱਥੇ ਸਟਾਫ ਨਹੀਂ ਲੱਭਦਾ, ਕੋਈ ਕਹਿੰਦਾ ਸਟਾਫ ਬਦਤਮੀਜ਼ੀ ਕਰਦਾ, ਕੋਈ ਕੁਝ ਕਹਿੰਦਾ, ਬਹੁਤ ਸਾਰੀ ਸ਼ਿਕਾਇਤਾਂ ਨੇ ਲੋਕਾਂ ਦੀਆਂ। ਔਰ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ, ਆਪਣੀ ਆਪਣੀ ਸਮਝ ਹੁੰਦੀ ਆ, ਔਰ ਉਹਦੇ ਨਾਲ ਜੋ ਬੀਤੀ ਹੁੰਦੀ ਆ ਉਹ ਵੀ ਆਪਣੇ ਆਪਣੇ ਮੁਖਤਲਿਫ ਹੁੰਦੀ ਆ ਹਰ ਬੰਦੇ ਦੇ ਨਾਲ। ਦੋਸਤੋ, ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ ਕਿ ਮੈਂ ਬਹੁਤ ਲੰਬਾ ਪੀਰੀਅਡ ਸਰਵ ਕਰਕੇ ਤੇ ਰਿਟਾਇਰ ਹੋਇਆ ਸਾਂ, ਔਰ ਮੈਂ ਮੁਖਤਲਿਫ ਪੋਸਟਾਂ ਦੇ ਉੱਤੇ ਕੰਮ ਕੀਤਾ, ਬਤੌਰ ਮੈਡੀਕਲ ਆਫਿਸਰ, ਬਤੌਰ ਇੰਚਾਰਜ ਮੈਡੀਕਲ ਆਫਿਸਰ, ਸੀਨੀਅਰ ਮੈਡੀਕਲ ਆਫਿਸਰ ਵੀ, MSD, DHO, EDO, ਸਾਰੀਆਂ ਪੋਸਟਾਂ ਤੇ ਮੈਂ ਕੰਮ ਕਰਕੇ ਆਇਆ। ਮੈਂ ਅੱਜ ਵੀ ਬੜਾ ਹੈਰਾਨ ਹੁੰਦਾ ਕਦੇ ਕਦੇ ਦੇਖ ਕੇ ਕਿ ਮੈਂ ਜਦੋਂ ਇੱਥੇ ਮੇਰੀ ਪੋਸਟਿੰਗ ਸੀ ਬਤੌਰ MO ਔਰ ਬਤੌਰ SMO ਇੰਚਾਰਜ, ਮੈਨੂੰ ਅੱਜ ਵੀ ਯਾਦ ਹੈ ਕਿ ਕਈ ਦਫਾ 400-500 ਮਰੀਜ਼ ਮੈਂ ਇਕੱਲਾ ਦੇਖਣਾ ਹੁੰਦਾ ਸਾਂ, ਔਰ ਕਈ ਦਫਾ 5 ਵੱਜ ਜਾਂਦੇ, ਸ਼ਾਮ ਤੱਕ ਉੱਠਿਆ ਨਹੀਂ ਜਾਂਦਾ, ਮਰੀਜ਼ ਫਾਰਗ ਕਰਨੇ ਸਾਰੇ ਤੋਂ ਉੱਠ ਕੇ ਜਾਣਾ। ਲੇਕਿਨ ਹੁਣ ਉਹ RSC ਦੀ ਬਜਾਏ THQ ਬਣ ਗਿਆ। ਲੇਕਿਨ THQ ਬਣ ਕੇ ਉੱਥੇ 40 ਦੇ ਕਰੀਬ ਡਾਕਟਰ ਆ ਗਏ ਨੇ, ਔਰ ਇਸੇ ਤਰ੍ਹਾਂ ਕੋ 25 ਦੇ ਕਰੀਬ ਸਟਾਫ ਨਰਸਿਸ ਨੇ, ਕੋ ਬਾਕੀ ਪੈਰਾਮੈਡੀਕਲ ਸਟਾਫ ਵੀ ਮੌਜੂਦ ਹੈ। ਲੇਕਿਨ ਲੋਕ ਫਿਰ ਵੀ ਰੋਂਦੇ ਨੇ ਕਿ ਸਾਨੂੰ ਚੈੱਕ ਨਹੀਂ ਕਰਦੇ, ਸਾਨੂੰ ਦੇਖਦੇ ਨਹੀਂ ਹੈ। ਮੈਂ ਬੜਾ ਹੈਰਾਨ ਹੁੰਦਾ ਦੇਖ ਕੇ ਕਿ ਸਾਡੇ ਡਾਕਟਰਾਂ ਦੇ ਅੰਦਰ ਵੀ ਇਹ ਕਿਉਂ ਇਸ ਕਿਸਮ ਦਾ ਰਵੱਈਆ ਆ ਗਿਆ। ਉਹ ਕੰਮ ਕਰਦੇ ਬਜਾਏ ਲੋਕਾਂ ਨੂੰ ਪ੍ਰੋਪਰ ਇੰਪੋਰਟੈਂਸ ਵੀ ਦਿੰਦੇ, ਪ੍ਰੋਪਰ ਟ੍ਰੀਟਮੈਂਟ ਵੀ ਦਿੰਦੇ। ਅਗਰ ਇਹ ਗੱਲ ਉਹਨਾਂ ਦੀ ਹਕਾਇਤ ਤੇ ਮਬਨੀ ਹੈ, ਅਗਰ ਹਕਾਇਤ ਤੇ ਮਬਨੀ ਨਹੀਂ ਹੈ ਤੇ ਮੈਂ ਉੱਤੇ ਕੋਈ ਐਸੀ ਗੱਲ ਕਰਨ ਤਿਆਰ ਨਹੀਂ ਹਾਂ। ਲੇਕਿਨ ਅਗਰ ਲੋਕਾਂ ਦੀ ਸ਼ਿਕਾਇਤ ਇਹ ਹੈ ਨੇ ਕਿ ਡਾਕਟਰ ਮਿਲਦੇ ਨਹੀਂ ਹੈ, ਜਾਂ ਡਾਕਟਰ ਆਉਂਦੇ ਨੇ ਤਾਂ ਕੋਈ ਚਾਹ ਪੀਣ ਚਲੇ ਜਾਂਦਾ, ਕੋਈ ਗੱਪ ਸ਼ੱਪ ਲਾਉਣ ਚਲੇ ਜਾਂਦਾ, ਉਤੋਂ ਫਾਰਗ ਹੁੰਦੇ ਤੇ ਮੋਬਾਈਲ ਸ਼ੁਰੂ ਕਰ ਲੈਂਦੇ ਨੇ, ਲੇਕਿਨ ਮਰੀਜ਼ ਨਹੀਂ ਚੈੱਕ ਕਰਦੇ। ਇਹ ਇੰਤਹਾਈ ਮਤਲਬ ਕਾਬਲੇ ਇਤਰਾਜ਼ ਗੱਲ ਵੀ ਆ ਔਰ ਕਾਬਲੇ ਫਿਕਰ ਗੱਲ ਵੀ ਹੈ ਕਿ ਜਦੋਂ ਇੱਕ ਬੰਦਾ ਆਪਣੀ ਡਿਊਟੀ ਤੇ ਆ ਜਾਂਦਾ, ਉਹਨੂੰ ਆਪਣਾ ਡਿਊਟੀ ਅਦਾ ਕਰਨੀ ਚਾਹੀਦੀ ਆ, ਡਿਊਟੀ ਪੂਰੀ ਕਰਨੀ ਚਾਹੀਦੀ ਆ। ਕਿਉਂਕਿ ਉਹ ਨਾ ਮੋਬਾਈਲ ਚੈੱਕ ਕਰਨ ਦੇ ਪੈਸੇ ਤਨਖਾਹ ਲੈ ਰਿਹਾ, ਨਾ ਹੀ ਉਹ ਚਾਹਾਂ ਪੀਣ ਦੀਆਂ ਬੈਠ ਕੇ, ਨਾ ਹੀ ਗੱਪਾਂ ਸ਼ੱਪਾਂ ਦੇ ਉਹ ਪੈਸੇ ਲੈਂਦਾ, ਤਨਖਾਹ ਜਿਹੜੀ ਲੈ ਰਿਹਾ ਉਹ ਤਨਖਾਹ ਲੈਂਦਾ ਮਰੀਜ਼ ਨੂੰ ਚੈੱਕ ਕਰਨ ਦੇ। ਬੜੀ ਹੈਰਾਨਗੀ ਦੀ ਗੱਲ ਆ। ਸਾਡੇ ਜ਼ਮਾਨੇ 'ਚ ਇਹ ਹੁੰਦਾ ਸੀ, ਅਸੀਂ ਇਕੱਲੇ ਇੱਕ ਡਾਕਟਰ ਜਿਹੜਾ 300, 400, 500 ਤੱਕ ਮਰੀਜ਼ ਦੇਖਦੇ ਸਾਂ। ਲੇਕਿਨ ਹੁਣ ਇੱਕ ਡਾਕਟਰ 10 ਮਰੀਜ਼ ਦੇਖ ਕੇ ਥੱਕ ਜਾਂਦਾ, ਉਹ ਜਾ ਕੇ ਚਾਹ ਪੀਣੀ ਸ਼ੁਰੂ ਕਰ ਦਿੰਦਾ। ਉਹ 10 ਮਰੀਜ਼ ਦੇਖ ਲੈਂਦਾ ਤੇ ਗੱਪ ਲਾਉਣ ਤੁਰ ਪੈਂਦਾ। ਤੀਸਰੇ ਨੰਬਰ ਤੇ ਸਭ ਤੋਂ ਵਿਗਾੜ ਜਿਹੜਾ ਇਸ ਨਿਜ਼ਾਮ ਦੇ ਅੰਦਰ ਆਇਆ, ਉਹ ਸੂਬਾਈ ਹਕੂਮਤ ਦੀ ਗਲਤ ਪਾਲਿਸੀਆਂ ਦੀ ਵਜ੍ਹਾ ਤੋਂ। ਉਹ ਕੀ ਪਾਲਿਸੀਆਂ ਗਲਤ ਨੇ? ਨੰਬਰ 1, ਇਹ ਪੈਸਾ ਰੈਨੋਵੇਸ਼ਨ ਤੇ ਤਾਂ ਲਗਾ ਰਹੇ ਨੇ, ਬਹੁਤ ਜ਼ਿਆਦਾ ਪੈਸਾ ਬਰਬਾਦ ਕਰ ਰਹੇ ਨੇ, ਲੇਕਿਨ ਮੈਡੀਸਨ ਤੇ ਨਹੀਂ ਲਗਾਉਂਦੇ। ਲੋਕਾਂ ਨੂੰ ਉਹ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲਦੀਆਂ। ਲੋਕਾਂ ਨੂੰ ਜੋ ਆਸਾਇਸ਼, ਜੋ ਉਹਨਾਂ ਦੀ ਖਦਮਾਤ ਇੱਥੇ ਮਿਲਣੀ ਚਾਹੀਦੀਆਂ ਉਹ ਨਹੀਂ ਮਿਲਦੀਆਂ। ਜਿਹੜਾ ਪੈਸਾ ਹੁੰਦਾ ਉਹ ਸਿਰਫ ਆਰਾਇਸ਼ਾਂ ਤੇ ਉਡਾ ਕੇ ਬਰਬਾਦ ਕਰ ਦਿੱਤਾ ਜਾਂਦਾ, ਇਸ ਕੌਮ ਨੂੰ ਮਜ਼ੀਦ ਮਕਰੂਜ਼ ਕਰ ਦਿੱਤਾ ਜਾਂਦਾ, ਲੇਕਿਨ ਉਹਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ। ਦੂਸਰੇ ਨੰਬਰ ਤੇ ਜਿੱਥੇ ਠੀਕ ਆ ਸਟਾਫ ਪੂਰਾ ਹੋਣਾ ਚਾਹੀਦਾ ਹਰ ਅਦਾਰੇ ਦੇ ਅੰਦਰ, ਲੇਕਿਨ ਸਟਾਫ ਦੇ ਉੱਤੇ ਕਮਾਂਡ ਐਂਡ ਕੰਟਰੋਲ ਵੀ ਹੋਣਾ ਚਾਹੀਦਾ। ਜਿਸ ਅਦਾਰੇ 'ਚ, ਜਿਸ ਘਰ 'ਚ, ਜਿਸ ਸੂਬੇ 'ਚ, ਜਿਸ ਜ਼ਿਲ੍ਹੇ 'ਚ, ਜਿਸ ਮੁਲਕ 'ਚ ਕਮਾਂਡ ਐਂਡ ਕੰਟਰੋਲ ਨਹੀਂ ਹੈ,
ਉਹ ਬੇਰਹਿਮੀ ਦਾ ਸ਼ਿਕਾਰ ਹੋਏਗਾ, ਉੱਥੇ ਕੋਈ ਉਹਦਾ ਕੁਝ ਕਿਛਣ ਵਾਲਾ ਨਹੀਂ ਹੋਏਗਾ ਤੇ ਕੋਈ ਬੰਦਾ ਕੰਮ ਕਰਕੇ ਰਾਜ਼ੀ ਨਹੀਂ ਹੈ। ਤੁਸੀਂ ਇਹਦੀ ਇੱਕ ਬੜੀ ਸਾਦਾ ਜੀ ਮਿਸਾਲ ਹੈ, ਦੇਖ ਲਓ ਕਿ ਹਰ ਬੰਦਾ ਦੌੜ ਦੌੜ ਕੇ ਸਰਕਾਰੀ ਨੌਕਰੀ ਵੱਲ ਕਿਉਂ ਜਾਂਦਾ, ਜਦੋਂ ਕਿ ਪ੍ਰਾਈਵੇਟ ਨੌਕਰੀਆਂ 'ਚ ਤਨਖਾਹ ਜ਼ਿਆਦਾ ਹੁੰਦੀ ਆ ਸਰਕਾਰੀ ਨੌਕਰੀ ਨਾਲੋਂ। ਕਿਉਂ ਦੌੜ ਕੇ ਸਰਕਾਰ ਵੱਲ ਜਾਂਦੇ ਨੇ? ਉਹਦੀ ਸਿਰਫ ਇੱਕ ਵਜ੍ਹਾ ਕਿ ਤਨਖਾਹ ਪਹਿਲੀ ਦੀ ਪਹਿਲੀ, ਕੰਮ ਦਾ ਕੋਈ ਨਹੀਂ ਪੁੱਛਦਾ, ਡਿਊਟੀ ਕਰਨੀ ਹੀ ਨਹੀਂ। ਜੇ ਡਿਊਟੀ ਕੀਤੀ 8 ਵਜੇ ਟਾਈਮ ਆ, 10 ਵਜੇ ਪਹੁੰਚੇ, 12 ਵਜੇ ਉੱਥੋਂ ਮੂਵ ਕਰ ਗਏ। ਲੇਕਿਨ ਪ੍ਰਾਈਵੇਟ ਅਦਾਰੇ ਜਿਸ ਤਰ੍ਹਾਂ ਮਾਲਿਕ ਪ੍ਰਾਈਵੇਟ ਜਿਹੜੇ ਨੇ ਉਹ ਨਹੀਂ ਕਰਨੇ ਦਿੰਦੇ, ਇਸ ਵਾਸਤੇ ਦੌੜ ਦੌੜ ਕੇ ਲੋਕ ਸਰਕਾਰੀ ਅਦਾਰੇ ਜਾਂਦੇ ਨੇ। ਲੇਕਿਨ ਇਹਦੇ ਨਾਲ ਇੰਨਾ ਨੁਕਸਾਨ ਹੋਇਆ ਕਿ ਸਾਡੇ ਬਹੁਤ ਸਾਰੇ ਅਦਾਰੇ ਜਿਹੜੇ ਬਰਬਾਦ ਹੋ ਕੇ ਰਹਿ ਗਏ ਨੇ, ਜਿਨ੍ਹਾਂ 'ਚ ਰੇਲਵੇ ਸੀ, ਜਿਨ੍ਹਾਂ 'ਚ PIA ਆ, ਜਿਨ੍ਹਾਂ 'ਚ ਸਟੀਲ ਮਿਲ ਆ, ਹੋਰ ਵੀ ਬਹੁਤ ਸਾਰੇ ਅਦਾਰੇ ਇਸ ਤਰ੍ਹਾਂ ਬੇੜਾ ਗਰਕ ਕਰ ਦਿੱਤਾ। ਹੁਣ ਮਹਿਕਮਾ ਸਿਹਤ, ਮਹਿਕਮਾ ਐਜੂਕੇਸ਼ਨ, ਕੱਲ ਮੈਂ ਅਖਬਾਰ ਦੇਖ ਰਿਹਾ ਸਾਂ, ਇੱਕ ਖਬਰ ਸੀ ਕਿ ਸਿੰਧ ਹਕੂਮਤ ਜਨਾਬ ਉਹ ਮਾਸਟਰ ਜਾਂ ਟੀਚਰਸ ਜਿਹੜੇ ਚੋਰੀ ਕਰਦੇ ਨੇ, ਸਰਕਾਰੀ ਡਿਊਟੀ ਨਹੀਂ ਕਰਦੇ, ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸ ਰਹੀ ਆ। ਤੇ ਮੈਨੂੰ ਬੜਾ ਹਾਸਾ ਆਇਆ, ਬੜਾ ਹੈਰਾਨਗੀ ਵੀ, ਬਲਕਿ ਸ਼ਰਮਿੰਦਗੀ ਵੀ ਹੋਈ ਦੇਖ ਕੇ ਖਬਰ ਪੜ੍ਹ ਕੇ, ਕਿ ਉਹ ਸੂਬਾ ਸਾਡਾ ਜਿਹਦੇ ਵਿੱਚ ਜਿਹੜੀਆਂ ਅੱਧੀਆਂ ਪੋਸਟਾਂ ਜਿਹੜੀਆਂ ਫੇਕ ਪੋਸਟਾਂ ਫਿਲ ਹੋਈਆਂ ਨੇ, ਜਿੱਥੇ ਬਹੁਤ ਸਾਰੇ ਲੋਕਾਂ ਦੇ ਫੇਕ ਪੇਮੈਂਟਾਂ ਹੁੰਦੀਆਂ ਰਹੀਆਂ, ਫੱਜ ਪੇਮੈਂਟਾਂ ਹੁੰਦੀਆਂ ਰਹੀਆਂ ਨੇ, ਉਹ ਉਹਨਾਂ ਦੇ ਮਰ ਜਾਣ ਤੋਂ ਬਾਅਦ ਵੀ, ਰਿਟਾਇਰਮੈਂਟ ਤੋਂ ਬਾਅਦ ਵੀ ਤਨਖਾਹਾਂ ਨਿਕਲਦੀਆਂ ਰਹੀਆਂ, ਔਰ ਉਹ ਲੋਕ ਫੇਕ ਨਾਮਾਂ ਤੋਂ ਆਪਣੇ ਪੈਨਸ਼ਨ ਲੈਂਦੇ ਰਹੇ ਨੇ। ਮਤਲਬ ਅਰਬਾਂ ਰੁਪਇਆ ਇਸ ਤਰ੍ਹਾਂ ਸੂਬਾਈ ਹੁਕੂਮਤ ਦੇ ਕਰਿੰਦੇ ਜਿਹੜੇ ਨੇ ਉਹ ਖਾ ਗਏ ਨੇ। ਉਹ ਹੁਣ ਕਹਿ ਰਹੇ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ। ਕੀ ਐਕਸ਼ਨ ਲੈਣਾ? ਕੁਝ ਵੀ ਨਹੀਂ, ਸਿਰਫ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਉਣ ਵਾਲੀ ਗੱਲ ਹੈ। ਇਸੇ ਤਰ੍ਹਾਂ ਪੰਜਾਬ ਹੁਕੂਮਤ ਦਾ ਹਾਲ ਹੈ। ਪੰਜਾਬ ਹੁਕੂਮਤ ਇੱਕੋ ਡਾਂਗ ਲੈ ਕੇ ਚੜੀਏ, ਲੋਕਾਂ ਦੇ ਮਗਰ ਚੜੋ, ਫੜ ਲਓ ਤੇ ਤੁਮ ਦਿਓ, ਫੜ ਦੋ ਤੁਮ ਦਿਓ। ਇਸ ਦੀ ਬਜਾਏ ਅਗਰ ਇਹੀ ਸਰਵਿਸਿਜ਼ ਦੇਣ ਲੋਕਾਂ ਨੂੰ, ਸਰਵਿਸਿਜ਼ ਕਿੱਧਰੋਂ ਆਉਣੀਆਂ? ਹਰ ਡਿਪਾਰਟਮੈਂਟ ਆਪਣਾ ਆਪਣਾ ਕੰਮ ਕਰੇ, ਆਪਣੇ ਕੰਮ ਦੀ ਬਜਾਏ ਦੂਸਰੇ ਕੰਮਾਂ 'ਚ ਜ਼ਿਆਦਾ ਦਿਲਚਸਪੀ ਲੈਂਦੇ ਆ। ਇਸੇ ਤਰ੍ਹਾਂ ਹੀ ਸਾਡੇ ਡਾਕਟਰ ਜਿਹੜੇ ਆ, ਉਹਨਾਂ ਨੂੰ ਸਿਰਫ ਡਾਕਟਰੀ ਕਰਨੀ ਚਾਹੀਦੀ ਆ, ਔਰ ਹਸਪਤਾਲ ਦੇ ਟਾਈਮ ਵਿੱਚ ਆਪਣਾ ਮਰੀਜ਼ਾਂ ਨੂੰ ਟਾਈਮ ਦੇਣ, ਜਿਹੜੇ ਉਹਨਾਂ ਕੋਲ ਬੜੀਆਂ ਉਮੀਦਾਂ ਲੈ ਕੇ ਆਉਂਦੇ ਨੇ, ਬੜੀਆਂ ਉਹਨਾਂ ਕੋ ਸੁਣ ਕੇ ਆਉਂਦੇ ਨੇ ਕਿ ਸਾਡੇ ਇੱਥੇ ਬੜੀ ਅੱਛੀ ਸਰਵਿਸ ਦਿੱਤੀ ਜਾ ਰਹੀ ਹੈ। ਮੇਰੇ ਕੋਲ ਖੁਦ ਮਰੀਜ਼ ਆਉਂਦੇ ਨੇ, ਔਰ ਮੈਂ ਹਰ ਬੰਦੇ ਨੂੰ ਕੋਸ਼ਿਸ਼ ਕਰਦਾ ਉਹਨਾਂ ਨੂੰ ਮੋਟੀਵੇਟ ਕਰਾਂ ਕਿ ਬਈ THQ ਸਾਡਾ ਆਪਣਾ ਸਰਕਾਰੀ ਹਸਪਤਾਲ ਹੈ, ਉੱਥੇ ਫ੍ਰੀ ਸਰਵਿਸਿਜ਼ ਮਿਲ ਰਹੀਆਂ ਨੇ, ਤੁਸੀਂ ਰਾਤ ਦਿਨ ਜਦੋਂ ਕਿਤੇ ਐਮਰਜੈਂਸੀ ਹੁੰਦੀ ਹੈ ਉੱਥੇ ਪਹੁੰਚੋ। ਹਾਂ, ਜਿਸ ਟਾਈਮ ਅਸੀਂ ਆਪਣਾ ਹਸਪਤਾਲ ਟਾਈਮ 'ਚ ਆਪਣਾ ਮੈਂ ਕਲੀਨਿਕ ਕਰ ਰਿਹਾ, ਮੈਨੂੰ ਇਤਰਾਜ਼ ਤੇ ਕੋਈ ਨਹੀਂ, ਲੇਕਿਨ ਗਰੀਬ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮੁਫਤ 'ਚ ਸਰਵਿਸ ਮਿਲ ਸਕਣ। ਲੇਕਿਨ ਜਦੋਂ ਆ ਕੇ ਉਹ ਲੋਕ ਕਹਾਣੀਆਂ ਸੁਣਾਉਂਦੇ ਨੇ ਕਿ ਡਾਕਟਰ ਨਹੀਂ ਮਿਲਦੇ, ਦਵਾਈਆਂ ਨਹੀਂ ਮਿਲਦੀਆਂ, ਸਟਾਫ ਨਹੀਂ ਮਿਲਦਾ, ਬਦਤਮੀਜ਼ੀ ਕਰਦੇ ਨੇ, ਬਦ ਅਖਲਾਕੀ ਨਾਲ ਪੇਸ਼ ਆਉਂਦੇ ਨੇ, ਲਾਈਨਾਂ ਲੱਗੀਆਂ ਹੁੰਦੀਆਂ ਨੇ, ਐਂਟਰਟੇਨ ਨਹੀਂ ਕਰਦੇ, ਕੋਈ ਮਰੀਜ਼ ਨੂੰ ਪੁੱਛਦਾ ਗਿੱਛਦਾ ਹੀ ਨਹੀਂ ਹੈ। ਤੇ ਫਿਰ ਬੜਾ ਅਫਸੋਸ ਹੁੰਦਾ ਕਿ ਇਹ ਅਦਾਰੇ ਜਿਨ੍ਹਾਂ ਨੂੰ ਅਸੀਂ ਮਸੀਹਾ ਕਹਿੰਦੇ ਆ, ਜਿੱਥੇ ਮਸੀਹਾਈ ਹੋਣੀ ਚਾਹੀਦੀ ਆ, ਜਿੱਥੇ ਲੋਕਾਂ ਦੀ ਖਿਦਮਾਤ ਹੋਣੀ ਚਾਹੀਦੀਆਂ, ਖਿਦਮਾਤ ਮਿਲਣੀਆਂ ਚਾਹੀਦੀਆਂ, ਲੋਕਾਂ ਨੂੰ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਨੇ, ਲੋਕਾਂ ਦੇ ਇਲਾਜ ਮੁਆਵਜ਼ਾ ਹੋਣਾ ਚਾਹੀਦਾ। ਇਹੀ ਗੱਲ ਆ ਕਿ ਡਾਕਟਰ ਮਸੀਹਾ ਕਹਿੰਦੇ ਨੇ ਕਿ ਉਹ ਹਰ ਬੰਦੇ ਦੇ ਤਕਲੀਫ ਦੇ ਵਿੱਚ ਕੰਮ ਆਉਂਦਾ, ਔਰ ਲੋਕ ਉਹਨੂੰ ਦਵਾਵਾਂ ਦਿੰਦੇ ਨੇ। ਲੇਕਿਨ ਦਵਾਵਾਂ ਤੇ ਤਾਂ ਹੀ ਦੇਣਗੇ ਨਾ ਜਦੋਂ ਅਸੀਂ ਉਹਨਾਂ ਨੂੰ ਦਵਾਵਾਂ ਦੇਵਾਂਗੇ, ਯਾਨੀ ਪਹਿਲੋਂ ਅਸੀਂ ਦਵਾਵਾਂ ਦਈਏ ਤੇ ਬਾਅਦ ਚੋਂ ਸਾਨੂੰ ਦੁਆਵਾਂ ਦੇਣਗੇ। ਲਿਹਾਜ਼ਾ ਮੇਰੇ ਆਪਣੇ ਦੋਸਤਾਂ ਨਾਲ ਬੜੇ ਗੁਜ਼ਾਰਿਸ਼ ਹੈ ਇਸ ਗੱਲ ਤੇ ਕਿ ਆਪਣਾ ਟਾਈਮ ਜ਼ਰੂਰ ਦਿਓ, ਹਸਪਤਾਲ ਨੂੰ ਅਹਿਮੀਅਤ ਦਿਓ ਤਾਂ ਕਿ ਲੋਕ ਇੱਥੇ ਆਉਣ, ਫ੍ਰੀ ਸਰਵਿਸ ਦੇਣ ਔਰ ਤੁਹਾਨੂੰ ਦੁਆਵਾਂ ਦੇਣ। ਦੂਸਰੇ ਨੰਬਰ ਤੇ ਇਹ ਜਿੰਨੇ ਵੀ ਮਾਮਲਾਤ ਖਰਾਬ ਹੋ ਰਹੇ ਨੇ, ਇਹਦੇ ਪਿੱਛੇ ਸਾਡੇ ਮੈਨੇਜਮੈਂਟ ਜਿਹੜੀ ਹੈ, ਪ੍ਰੋਵਿੰਸ਼ੀਅਲ ਮੈਨੇਜਮੈਂਟ ਦਾ ਬਹੁਤ ਬੜਾ ਕਸੂਰ ਆ। ਤੁਸੀਂ ਦੇਖੋ ਜਿੰਨੇ ਵੀ THQ DHQ ਹਸਪਤਾਲ ਨੇ, ਇੱਥੇ ਜੂਨੀਅਰ ਡਾਕਟਰ ਲਗਾਏ ਨੇ MS। ਅਬ ਹੁਣ ਤੁਸੀਂ ਇੱਕ ਸਾਦਾ ਜਿਹਾ ਸਵਾਲ ਹੈ ਕਿ ਜੂਨੀਅਰ ਡਾਕਟਰ ਜਦੋਂ ਸੀਨੀਅਰ ਦੇ ਉੱਪਰ ਬੈਠੇਗਾ, ਉਹ ਕਿਸ ਤਰ੍ਹਾਂ ਉਹਨੂੰ ਮੇਨਟੇਨ ਕਰ ਸਕੇਗਾ, ਕਿਸ ਤਰ੍ਹਾਂ ਉਹਨੂੰ ਜਵਾਬਦੇਹ ਹੋ ਸਕੇਗਾ? यही वजह कि तमाम THQ जिथे जिथे छोटे छोटे सादा जो मैडिकल अफसर जोड़े 17 के ने, उन्हीं ग्रेड की पोस्ट उत्थे लगाए ने। उन्होंने की मैनेजमेंट करनी है, की एडमिनिस्ट्रेशन करनी है, तो की बाकी अमले ने काम करना। इसी तरह DHQ लगा लो, उत्थे भी 20वें ग्रेड की पोस्ट है तो 18वें ग्रेड के ठोके ने। अगर EDO की पोस्टा ने उत्थे देख लो 20वें ग्रेड की पोस्ट आ, 19वें ग्रेड के 18वें ग्रेड के ठोके ने। बई ये मैनेजमेंट जो इस तरह की प्रोविंशियल लैवल ते होएगी, सैक्टरी 8 ਨੂੰ ਇਹੀ ਕੰਮ ਆ ਕਿ ਆਪਣੀ ਮਰਜ਼ੀ ਦੇ ਬੰਦੇ ਚੁੱਕ ਕੇ ਲਾਉਣੇ ਆ, ਕਾਬਿਲਿਟੀ ਤੇ ਨਹੀਂ, ਐਬਿਲਿਟੀ ਤੇ ਨਹੀਂ, ਕਾਬਲੀਅਤ ਤੇ ਨਹੀਂ, ਬਲਕਿ ਆਪਣੀ ਮਰਜ਼ੀ ਨਾਲ ਲਗਾਉਣਾ, ਆਪਣੀ ਦਿਲਚਸਪੀਆਂ ਨਾਲ ਲਗਾਉਣੇ, ਜਿਹੜੇ ਉਹਨਾਂ ਨੂੰ ਹੋਵੇ ਕਰਨ ਹਰ ਲਿਹਾਜ਼ ਦਾ ਗਲਤ ਹੋਵੇ ਸਹੀ ਹੋਵੇ। ਤਾਂ ਫਿਰ ਇਹ ਨਿਜ਼ਾਮ ਇਹ ਕੁਛ ਹੀ ਹੋਣਾ ਜੋ ਹੋ ਰਿਹਾ। ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇ, ਅੱਲਾਹ ਤਾਲਾ ਮਿਹਰਬਾਨੀ ਫਰਮਾਏ ਸਾਡੇ ਤੇ। अस्सलाम वालेकुम, अल्लाह हाफ़िज़।